Good morning, beta. Today we are going to start the next chapter, climatic change and human strategy. Climate ਦੇ ਵਿੱਚ ਬਹੁਤ ਬਦਲਾਵ ਹੋ ਰਹੇ ਨੇ, ਬਹੁਤ ਸਾਰੀਆਂ ਚੇਂਜਸ ਨੇ ਜਿਹੜੀਆਂ ਹੋ ਰਹੀਆਂ ਨੇ, ਕਿਉਂਕਿ ਹਿਊਮਨ ਐਕਟੀਵਿਟੀ ਤੇ ਜਿਹੜੀ ਸਾਇੰਟੀਫਿਕ ਐਕਟੀਵਿਟੀਜ਼ ਨੇ ਉਸ ਕਰਕੇ ਦੁਨੀਆ ਦੇ ਵਿੱਚ ਮੌਸਮ ਜਿਹੜਾ ਹੈ ਉਹ ਬਦਲ ਰਿਹਾ ਹੈ। ਜਦੋਂ ਵੀ ਅਸੀਂ ਗੱਲ ਕਰਦੇ ਹਾਂ ਕਿ ਪਬਲਿਕ ਜਿਹੜੀ ਹੈ ਉਹ ਬਹੁਤ ਕੰਸਰਨਡ ਹੈ, ਕਿਉਂਕਿ irreversible changes, you know what it means, irreversible ਹੁੰਦਾ ਹੈ ਜਿਸ ਨੂੰ ਅਸੀਂ ਵਾਪਸ ਦੁਬਾਰਾ ਉਹ ਜਿਹਾ ਨਹੀਂ ਕਰ ਸਕਦੇ। ਔਰ ਇਹ ਸਾਰੀਆਂ ਚੇਂਜਸ ਜਿਹੜੀਆਂ ਹੋ ਰਹੀਆਂ ਨੇ ਇਹ ਸਾਡੇ ਕਲਾਈਮੇਟ ਦੇ ਵਿੱਚ ਸਾਡੀਆਂ ਟੈਕਨੋਲੋਜੀ ਕਰਕੇ, ਸਾਡੀ ਸਾਇੰਸ ਦੀਆਂ ਉਹਦੇ ਕਰਕੇ, ਔਰ ਬਹੁਤ ਸਾਰੀਆਂ ਕੰਸਟਰਕਸ਼ਨ ਹੋਣ ਕਰਕੇ ਅਸੀਂ ਦੁਨੀਆ ਦੇ ਵਿੱਚ ਬਹੁਤ ਸਾਰੀ ਨਵੀਂ ਕੰਸਟਰਕਸ਼ਨ, ਵੱਡੀਆਂ ਬਿਲਡਿੰਗਸ, ਵੱਡੀਆਂ ਚੀਜ਼ਾਂ, ਡੈਮਸ, ਇਹ ਉਹ ਬਣਾ ਰਹੇ ਹਾਂ, ਜਿਸ ਕਰਕੇ ਅਸੀਂ ਸਾਰਾ ਸਾਲ ਕੰਸਟਰਕਸ਼ਨ ਕਰਦੇ ਰਹਿੰਦੇ ਹਾਂ। ਸਾਰਾ ਸਾਲ ਸਾਡੇ ਜਿਹੜਾ ਮੌਸਮ ਹੈ ਉਸ 'ਤੇ ਅਫੈਕਟ ਹੁੰਦਾ ਹੈ। ਉਹ ਜਿਹੜੀ ਟੈਕਨੋਲੋਜੀ ਹੈ ਉਹ ਸਾਡੀ ਲਾਈਫ ਨੂੰ ਬਹੁਤ ਡਿਸਟਰਬ ਕਰਦੀ ਹੈ। ਔਰ ਇਸ ਸਾਰੀ ਚੀਜ਼ ਨੂੰ ਸਮਝਣ ਦੇ ਲਈ ਸਾਨੂੰ ਨੈਚੁਰਲ ਐਨਵਾਇਰਨਮੈਂਟ ਨੂੰ ਵੀ ਸਮਝਣਾ ਜ਼ਰੂਰੀ ਹੈ। ਹਿਊਮਨ ਐਕਟੀਵਿਟੀ ਜੇ ਅਸੀਂ ਮੈਜ਼ਰ ਕਰੀਏ ਕਿ ਕਿੰਨੀ ਕੁ ਕੰਸਟਰਕਸ਼ਨ ਹੋ ਰਹੀ ਹੈ, ਕਿੰਨੇ ਕੁ ਅਸੀਂ ਅਰਥ ਦੇ ਸਰਫੇਸ ਨੂੰ ਬਦਲ ਦਿੱਤਾ ਹੈ, ਕਿੰਨੇ ਕੁ ਅਸੀਂ ਮਿਨਰਲ ਰਿਸੋਰਸਿਸ ਜ਼ਮੀਨ ਦੇ ਵਿੱਚੋਂ ਕੱਢ ਲਏ ਨੇ, ਕਿੰਨਾ ਅਸੀਂ ਐਕਟੀਵਿਟੀ ਕਰਕੇ ਇਸ ਐਟਮੋਸਫੀਅਰ ਨੂੰ ਅਤੇ ਹਾਈਡਰੋਸਫੀਅਰ ਨੂੰ ਚੇਂਜ ਕੀਤਾ ਹੈ। ਕਹਿੰਦਾ ਜੇ ਅਸੀਂ ਇਹ ਸਾਰਾ ਕੁਝ ਸੋਚੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਅਸੀਂ ਨੋਰਮਲੀ ਜੋ ਹੁੰਦਾ ਸੀ, ਨੈਚੁਰਲ ਜੋ ਹੁੰਦਾ ਸੀ, ਉਸ ਨੂੰ ਸਾਰੇ ਨੂੰ ਚੇਂਜ ਕਰ ਚੁੱਕੇ ਹਾਂ। ਅਸੀਂ ਇਸ ਪਲੈਨਟ ਨੂੰ ਆਪਣੇ ਅਕੋਰਡਿੰਗਲੀ ਢਾਲ ਲਿਆ ਹੈ। ਵੀ ਹੈਵ ਚੇਂਜਡ ਦ ਇਨਵਾਇਰਨਮੈਂਟ ਐਂਡ ਵੀ ਥਿੰਕ, ਸਾਡੀ ਸੋਚ ਇਹ ਹੈ ਕਿ ਜਿਹੜੇ ਰਿਸੋਰਸਿਸ ਨੇ ਦੇ ਆਰ ਇਨਐਗਜ਼ੌਸਟੇਬਲ, ਇਹ ਤਾਂ ਕਦੇ ਖ਼ਤਮ ਹੀ ਨਹੀਂ ਹੋਣੇ, ਇਹ ਤਾਂ ਸਾਡੇ ਕੋਲ ਹਮੇਸ਼ਾ ਲਈ ਨੇ। ਔਰ ਸਾਡੇ ਜਿਹੜੇ ਐਕਸ਼ਨਸ ਨੇ, ਕੰਸਟਰਕਸ਼ਨ ਕਰਨੀ, ਲੈਂਡ ਨੂੰ ਰੀਕਲੇਮ ਕਰਨਾ, ਅਤੇ ਇਹ ਸਾਰੀਆਂ ਬੜੇ ਹੀ ਸਾਲ ਤੋਂ, ਸਦੀਆਂ ਤੋਂ ਰਾਦਰ ਕਹਿ ਲਓ, ਚੱਲੇ ਆ ਰਹੇ ਨੇ, ਜਿਨ੍ਹਾਂ ਦਾ ਅਸਰ ਸਾਨੂੰ ਇਸ ਸਦੀ ਦੇ ਵਿੱਚ ਸਭ ਤੋਂ ਜ਼ਿਆਦਾ ਭੁਗਤਣਾ ਪੈ ਰਿਹਾ। ਜਿੰਨੀ ਵੀ ਮਿਸਟੇਕਸ ਅਸੀਂ ਕੀਤੀਆਂ ਨੇ ਟਰਾਂਸਫਾਰਮ ਕਰਕੇ ਆਪਣੀ ਐਨਵਾਇਰਨਮੈਂਟ ਨੂੰ, ਮਿਨਰਲ ਰਿਸੋਰਸਿਸ ਨੂੰ, ਰਿਵਰ ਡਿਸਚਾਰਜਿਸ ਨੂੰ, ਪ੍ਰੈਸੀਪੀਟੇਸ਼ਨ ਨੂੰ, ਸੀ ਦਾ ਲੈਵਲ, ਇਹ ਸਾਰੇ ਚੀਜ਼ਾਂ ਨੇ ਉਹ ਬਹੁਤ ਸਾਰੀਆਂ ਗਲਤੀਆਂ ਕਰਕੇ ਸਾਡੀਆਂ ਇਹ ਸਾਰੀਆਂ ਚੀਜ਼ਾਂ ਹੋਈਆਂ ਨੇ। ਔਰ ਇਹਨਾਂ ਸਾਰੀਆਂ ਚੀਜ਼ਾਂ ਦੇ ਹੋਣ ਦੇ ਨਾਲ ਸਾਡਾ ਜਿਹੜਾ ਕਲਾਈਮੇਟ ਹੈ ਉਹ ਚੇਂਜ ਹੋ ਗਿਆ ਹੈ। ਹੁਣ ਅਸੀਂ ਜੇ ਕਹਿੰਦੇ ਹਾਂ ਕਲਾਈਮੇਟ ਕੀ ਹੈ, ਕਲਾਈਮੇਟ ਹੁੰਦਾ ਹੈ ਇਹ ਇੱਕ ਕੌਨਸੀਕੁਐਂਸ ਹੈ ਅਤੇ ਇੱਕ ਡੈਮੋਨਸਟ੍ਰੇਸ਼ਨ ਹੈ ਸਾਡੀ ਕੰਪਲੈਕਸ ਪ੍ਰੋਸੈਸ ਦਾ ਜੋ ਐਟਮੋਸਫੀਅਰ ਦੇ ਵਿੱਚ ਹੁੰਦੇ ਨੇ, ਚਾਹੇ ਓਸ਼ਨਸ ਦੇ ਵਿੱਚ ਹੈ, ਚਾਹੇ ਲੈਂਡ 'ਚ ਹੈ, ਚਾਹੇ ਉੱਪਰ ਹਵਾ ਦੇ ਵਿੱਚ ਹੈ। ਅਨਈਕੁਅਲ ਹੀਟਿੰਗ ਜਦੋਂ ਅਰਥ ਦੇ ਸਰਫੇਸ ਦੀ ਹੋ ਜਾਂਦੀ ਹੈ ਸੂਰਜ ਕਰਕੇ, ਤਾਂ ਜਿਹੜਾ ਇੱਕ ਐਟਮੋਸਫੈਰਿਕ ਸਰਕੂਲੇਸ਼ਨ ਪੈਟਰਨ ਬਣਦਾ ਹੈ ਜਿਸ ਨੂੰ ਮੇਨਟੇਨ ਕਰਨਾ ਪੈਂਦਾ ਹੈ, ਔਰ ਉਹ ਇੱਦਾਂ ਦਾ ਡਿਵੈਲਪ ਹੋ ਕੇ ਸਾਡੇ ਕਲਾਈਮੇਟ ਨੂੰ ਅਫੈਕਟ ਕਰਦਾ ਹੈ। ਜਿਹੜਾ ਇਹ ਸਰਕੂਲੇਸ਼ਨ ਸਿਸਟਮ ਹੈ, ਹਵਾ ਦਾ ਸਰਕੂਲੇਸ਼ਨ ਸਿਸਟਮ ਐਟਮੋਸਫੀਅਰ 'ਚ ਹੁੰਦਾ ਹੈ, ਉਸੇ ਨਾਲ ਸਾਡੀਆਂ ਹਵਾਵਾਂ ਚੱਲਦੀਆਂ ਨੇ, ਸਾਡੇ ਮੀਂਹ ਪੈਂਦਾ ਹੈ, ਸਾਡੇ ਬਰਫ਼ ਪੈਂਦੀ ਹੈ, ਸਾਡੇ ਗਰਮੀ ਹੁੰਦੀ ਹੈ। ਔਰ ਇਹ ਸਾਰਾ ਕੁਝ ਹੋਣ ਦੇ ਨਾਲ ਧਰਤੀ ਦਾ ਜਿਹੜਾ ਮੌਸਮ ਹੈ ਉਹ ਬਦਲਦਾ ਰਹਿੰਦਾ ਹੈ। ਕਦੇ ਬਹੁਤ ਗਰਮੀ, ਕਦੇ ਬਹੁਤ ਠੰਡ, ਕਦੇ ਬਹੁਤ ਬਰਫ਼, ਕਦੇ ਬਹੁਤ ਹਵਾ, ਕਦੇ ਬਹੁਤ ਜ਼ਿਆਦਾ ਨਮੀ ਦਾ ਮੌਸਮ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਬਹੁਤ ਜ਼ਿਆਦਾ ਹਿਊਮਿਡਿਟੀ ਹੋ ਗਈ। ਇਹ ਸਾਰਾ ਕੁਝ ਇਸੇ ਕਰਕੇ ਹੁੰਦਾ ਹੈ। ਹੁਣ ਇਸ ਨੂੰ ਅਸੀਂ ਜਦੋਂ ਇਹ ਜੋੜਦੇ ਹਾਂ ਅਰਥ ਦੀ ਰੋਟੇਸ਼ਨ ਦੇ ਨਾਲ, ਕਿ ਜ਼ਮੀਨ ਜਿਹੜੀ ਹੈ ਉਹ ਰੋਟੇਟ ਕਰਦੀ ਹੈ ਆਪਣੇ ਐਕਸਿਸ 'ਤੇ, ਅਤੇ ਜਦੋਂ ਉਹ ਰੋਟੇਟ ਕਰਦੀ ਹੈ ਤਾਂ ਉਸ ਦੇ ਵਿੱਚ ਚੇਂਜਸ ਆ ਕੇ ਸਾਡਾ ਜਿਹੜਾ ਮੌਸਮ ਹੈ ਉਹ ਬਦਲਦਾ ਹੈ। ਸਾਨੂੰ ਇਹੀ ਜੀਓਗ੍ਰਾਫੀ ਦੇ ਵਿੱਚ ਵੀ ਸਿਖਾਇਆ ਜਾਂਦਾ ਹੈ ਕਿ ਅਸੀਂ ਜਿਹੜਾ ਮੌਸਮ ਹੈ ਉਹ ਧਰਤੀ ਦੇ ਗੋਲ ਘੁੰਮਣ ਦੇ ਨਾਲ ਹੀ ਬਦਲਦਾ ਹੈ। ਉਹਦੇ ਨਾਲ ਹੀ ਦਿਨ ਰਾਤ ਹੁੰਦੇ ਨੇ, ਉਹਦੇ ਨਾਲ ਹੀ 365 ਦਿਨਾਂ ਦਾ ਇੱਕ ਸਾਲ ਬਣਦਾ ਹੈ। ਕਹਿੰਦਾ ਇਹ ਸਾਰੀਆਂ ਚੀਜ਼ਾਂ ਅਸੀਂ ਜਦੋਂ ਸੋਚਦੇ ਹਾਂ, ਇਹ ਅੱਜ ਨਹੀਂ ਹੋਇਆ, ਕਲਾਈਮੇਟ ਚੇਂਜ ਅੱਜ ਨਹੀਂ ਹੋਈ, ਇੱਕਦਮ ਨਹੀਂ ਹੋਈ। ਇਹ ਸਦੀਆਂ ਤੋਂ ਅਸੀਂ ਖਰਾਬੀਆਂ ਕੀਤੀਆਂ,
ਸਦੀਆਂ ਤੋਂ ਉਸ 'ਤੇ ਅਸਰ ਪੈਂਦਾ ਗਿਆ ਔਰ ਉਸ ਦਾ ਮਿਲੀਅਨ ਈਅਰਸ ਤੋਂ ਕਹਿ ਲਓ 100 ਮਿਲੀਅਨ ਈਅਰਸ ਤੋਂ ਜਿਹੜਾ ਨੋਰਮਲ ਕਲਾਈਮੇਟ ਸੀ ਇਸ ਧਰਤੀ ਦਾ ਉਹ ਬਦਲਦਾ ਹੌਲੀ ਹੌਲੀ ਉਹ ਚੇਂਜ ਹੁੰਦਾ ਅੱਜ ਦੇ ਹਾਲਾਤ ਵਿੱਚ ਪਹੁੰਚ ਗਿਆ। ਜਿਹੜੀ ਟੈਂਪਰੇਚਰਸ ਨੇ ਉਹ ਬਦਲੇ। ਜਿਹੜਾ ਕਹਿੰਦਾ 2 ਮਿਲੀਅਨ ਸਾਲ ਪਹਿਲਾਂ ਇਹ ਜਿਹੜਾ ਪ੍ਰੋਸੈਸ ਸੀ ਬਹੁਤ ਤੇਜ਼ ਹੋਇਆ, ਬਹੁਤ ਐਕਸਲਰੇਟ ਹੋ ਗਿਆ, ਬਹੁਤ ਵੱਧ ਗਿਆ ਅਤੇ ਆਰਕਟਿਕ ਟੈਂਪਰੇਚਰ ਜਿਹੜੇ ਸੀ ਉਹ ਘਟਣੇ ਸ਼ੁਰੂ ਹੋ ਗਏ, ਉਹ ਬਹੁਤ ਗਿਰ ਗਏ। ਉੱਥੇ ਬਰਫ਼ ਜਿਹੜੀ ਸੀਗੀ ਉਹ ਸਾਰਾ ਸਾਲ ਵੈਸੇ ਜੰਮੀ ਰਹਿੰਦੀ ਹੈ, ਪਰ ਉੱਥੇ ਪਹਾੜ ਨੇ ਬਰਫ਼ ਦੇ, ਜਿਨ੍ਹਾਂ ਨੂੰ ਅਸੀਂ ਸਮੁੰਦਰ ਵਾਲੇ ਜਿਹੜੇ ਬਰਫ਼ ਦੇ ਪਹਾੜ ਨੇ ਉਹ ਗਲੇਸ਼ੀਅਰਸ ਨੇ, ਅਤੇ ਜਿਹੜੇ ਉੱਥੇ ਧਰਤੀ ਦੇ ਉੱਤੇ ਪਹਾੜ ਨੇ ਉਹ ਵੈਸੇ ਪਹਾੜ ਨੇ। ਸੋ ਇਹ ਸਾਰੇ ਨੇ। ਕਹਿੰਦਾ ਇਹ ਜਿਹੜੀਆਂ ਚੇਂਜਸ ਹੋਈਆਂ ਗ੍ਰੀਨਲੈਂਡ ਦੇ ਵਿੱਚ ਵੀ ਹੋਈਆਂ। ਅਸੀਂ ਯੂਰਪ ਤੋਂ ਜਦੋਂ ਗ੍ਰੀਨਲੈਂਡ ਜਾਂਦੇ ਹਾਂ ਉੱਥੇ ਲੋਕ ਰਹਿਣੇ ਸ਼ੁਰੂ ਹੋ ਗਏ ਅਤੇ ਲੈਂਡ ਆਈਸ ਜਿਹੜੀ ਹੋਈ ਗ੍ਰੀਨਲੈਂਡ ਦੇ ਵਿੱਚ ਉਸ ਕਰਕੇ ਕਲਾਈਮੇਟ ਦਾ 'ਤੇ ਅਸਰ ਹੋਇਆ। ਐਕਸਟਰਨਲ ਫੈਕਟਰਸ ਵੀ ਬੜੇ ਸੀ। ਐਕਸਟਰਨਲ ਫੈਕਟਰਸ ਇਹ ਸੀ ਜਿਹੜੀ ਰੇਡੀਏਸ਼ਨ ਸੂਰਜ ਦੇ ਕਰਕੇ ਜ਼ਿਆਦਾ ਹੋ ਗਈ। ਇੰਟਰਨਲ ਫੈਕਟਰਸ ਇਹ ਸੀ ਕਿ ਜਿਹੜੀ ਬਾਰ ਅਸੀਂ ਚੇਂਜ ਕਰਦੇ ਸੀ, ਮਾਊਂਟੇਨ ਏਰੀਆਜ਼ ਨੂੰ ਅਸੀਂ ਤੋੜਨਾ ਸ਼ੁਰੂ ਕਰਤਾ, ਮਾਊਂਟੇਨਸ ਖ਼ਤਮ ਕਰਨੇ ਸ਼ੁਰੂ ਕਰਤੇ, ਵੋਲਕੈਨੋਜ਼ ਜ਼ਿਆਦਾ ਹੋਣ ਲੱਗ ਗਏ। ਉਹਨਾਂ ਦੀ ਜਿਹੜੀ ਡਸਟ ਅਤੇ ਗੈਸਿਸ ਨਿਕਲਦੀਆਂ ਨੇ ਵੋਲਕੈਨੋਜ਼ 'ਚੋਂ, ਜਵਾਲਾਮੁਖੀ ਜਿਹਨੂੰ ਕਹਿੰਦੇ ਨੇ, ਉਹ ਸਾਰੇ ਅਰਥ ਦੇ ਐਟਮੋਸਫੀਅਰ ਨੂੰ ਖਰਾਬ ਕਰਦੇ ਨੇ। ਹੁਣ ਜਿਹੜੀ ਹਿਊਮਨ ਐਗਜ਼ਿਸਟੈਂਸ ਹੈ, ਅਸੀਂ ਜੋ ਹਾਂ, ਅਸੀਂ ਹਿਊਮਨ ਬੀਇੰਗਸ ਹਾਂ। ਸਾਡੀ ਹਿਊਮਨ ਐਗਜ਼ਿਸਟੈਂਸ ਹੋਰ ਲਿਵਿੰਗ ਬੀਇੰਗਸ ਦੇ ਵਾਂਗ ਵੀ ਅਸਰ ਕਰਦੀ ਹੈ ਨੇਚਰ 'ਤੇ। ਅਸੀਂ ਸਾਡੀ ਡਿਵੈਲਪਮੈਂਟ ਜਿਹੜੀ ਹੁੰਦੀ ਹੈ, ਚਾਹੇ ਉਹ ਕੰਸਟਰਕਸ਼ਨ ਹੈ, ਚਾਹੇ ਉਹ ਪੋਲਿਊਸ਼ਨ ਹੈ, ਚਾਹੇ ਉਹ ਧੂੰਆਂ ਵਹੀਕਲਸ ਦਾ ਗੰਦ ਪਾਇਆ ਹੋਇਆ ਹੈ, ਇਹ ਸਾਰੀਆਂ ਚੀਜ਼ਾਂ ਇੰਪੈਕਟ ਕਰਦੀਆਂ ਨੇ ਕਲਾਈਮੇਟਸ 'ਤੇ, ਮੌਸਮ ਦੇ ਉੱਤੇ। ਲੈਂਡ ਸਰਫੇਸ ਦਾ ਅਸੀਂ ਜਿਹੜਾ ਫੋਰੈਸਟ ਏਰੀਆ ਸੀ, ਪਹਿਲਾਂ ਜੰਗਲ ਬੜੇ ਹੁੰਦੇ ਸੀ, ਅੱਜ ਤੋਂ 20-50 ਸਾਲ ਪਹਿਲਾਂ ਵੀ ਬਹੁਤ ਹੁੰਦੇ ਸੀ। ਉਸ ਤੋਂ ਪਹਿਲਾਂ ਤਾਂ ਬਹੁਤ ਵੀ ਹੁੰਦੇ ਸੀ, 100 ਸਾਲ ਪਹਿਲਾਂ। ਤੁਸੀਂ ਉਸ ਤੋਂ ਪਹਿਲਾਂ 500 ਸਾਲ ਪਹਿਲਾਂ ਚਲੇ ਜਾਓ ਤਾਂ ਬਹੁਤ ਜ਼ਿਆਦਾ ਹੁੰਦੇ ਸੀ। ਉਹ ਸਾਰੇ ਜੰਗਲ ਜਿਹੜੇ ਕੱਟੇ, ਲੇਕਸ ਅਸੀਂ ਬਣਾ ਲਈਆਂ, ਮੈਨ ਮੇਡ ਲੇਕਸ ਬਣਾ ਲਈਆਂ, ਆਪ ਬਣਾ ਲਈਆਂ, ਰਿਜ਼ਰਵਾਇਰ ਬਣਾ ਲਏ, ਬਹੁਤ ਵੱਡੀ ਸ਼ਹਿਰ ਵਸਾ ਲਏ, ਜਿਹਨੂੰ ਕਹਿੰਦੇ ਨੇ ਬਿਲਟ ਅਪ ਇਨਵਾਇਰਨਮੈਂਟ ਕਰ ਲਈ। ਉੱਥੇ ਲੋਕ ਆਪਣੇ ਘਰ ਉੱਚੀਆਂ ਮੰਜ਼ਿਲਾਂ, ਇਮਾਰਤਾਂ, ਕਿੰਨੀਆਂ ਮੰਜ਼ਿਲਾਂ ਵਾਲੀਆਂ ਇਮਾਰਤਾਂ ਬਣ ਗਈਆਂ। ਇਹ ਸਾਰੀਆਂ ਚੀਜ਼ਾਂ ਨੇ ਚੇਂਜ ਕਰ ਦਿੱਤਾ ਮੌਸਮ ਨੂੰ। ਹੁਣ ਪਾਣੀ ਦਾ ਬੈਲੈਂਸ, ਇਹ ਤਾਂ ਧਰਤੀ ਦੇ ਸੀ ਜੋ ਚੇਂਜਸ ਆਈਆਂ। ਪਾਣੀ ਦੇ ਵਿੱਚ ਕੀ ਚੇਂਜ ਆਇਆ? ਰਿਵਰ ਜਿਹੜਾ ਡਿਸਚਾਰਜ ਸੀਗਾ ਉਹਨੂੰ ਅਸੀਂ ਇਰੀਗੇਸ਼ਨ ਲਈ ਯੂਜ਼ ਕਰਦੇ ਹਾਂ। ਨਹਿਰਾਂ ਨੂੰ ਆਪਣੇ ਖਾਲ ਬਣਾ ਕੇ, ਸੂਏ ਬਣਾ ਕੇ ਅਸੀਂ ਆਪਣੇ ਖੇਤਾਂ ਤੱਕ ਪਹੁੰਚਾਉਂਦੇ ਹਾਂ। ਇਹਨੂੰ ਅਸੀਂ ਜ਼ਿਆਦਾ ਯੂਜ਼ ਕਰਨ ਲੱਗ ਗਏ ਪਾਣੀ ਨੂੰ, ਕਿਉਂਕਿ ਪਾਣੀ ਐਕਸੈਸਿਬਲ ਹੋ ਗਿਆ, ਪਹੁੰਚ ਗਏ ਅਸੀਂ ਪਾਣੀ ਦੇ ਨੇੜੇ। ਕਹਿੰਦਾ ਇਹ ਹੋਇਆ ਕਿ ਇਹਨੂੰ ਅਸੀਂ ਯੂਜ਼ ਕਰਦੇ ਹਾਈਡਰੋਲੋਜੀਕਲ ਜਿਹੜਾ ਸਾਈਕਲ ਸੀਗਾ ਇਸ ਪਲੈਨਟ ਦਾ, ਉਹਨੂੰ ਅਸੀਂ ਚੇਂਜ ਕਰਤਾ। ਉਹਦੇ ਨਾਲ ਇੰਨਾ ਬਦਲਾਅ ਹੋਇਆ ਕਿ ਜਿਹੜੀ ਨਮੀ ਸੀ ਜ਼ਮੀਨ ਤੋਂ ਉੱਡ ਕੇ ਜਿਹੜਾ ਪਾਣੀ ਹਵਾ 'ਚ ਜਾਂਦਾ ਸੀ, ਉਹ ਜਿਹੜੀ ਨਮੀ ਸੀ, ਉਹ ਫਰੀਜ਼ਿੰਗ ਜਿਹੜਾ ਸੀਗਾ, ਉਹ ਸਾਰਾ ਬਦਲਦਾ ਇਵੈਪੋਰੇਸ਼ਨ, ਕੰਡੈਂਸੇਸ਼ਨ, ਫਰੀਜ਼ਿੰਗ ਹੋਣਾ, ਇਹ ਸਾਰਿਆਂ ਨੇ ਐਨਰਜੀ ਬੈਲੈਂਸ ਗੜਬੜ ਹੋ ਗਿਆ। ਹੁਣ ਐਨਰਜੀ ਬੈਲੈਂਸ ਗੜਬੜ ਹੋਣ ਦੇ ਨਾਲ ਕੀ ਹੋਇਆ? ਜਿਹੜਾ ਹੀਟ ਬੈਲੈਂਸ ਸੀਗਾ ਉਹ ਚੇਂਜ ਹੋਇਆ, ਔਰ ਉਸ 'ਤੇ ਚੇਂਜ ਹੋਣ ਦੇ ਨਾਲ ਬਹੁਤ ਸਾਰੀ ਜਗ੍ਹਾ 'ਤੇ ਬਹੁਤ ਜ਼ਿਆਦਾ ਗਰਮੀ ਰਹਿਣ ਲੱਗ ਗਈ। ਇਹ ਸਾਰੀਆਂ ਚੀਜ਼ਾਂ ਹੋਣ ਦੇ ਨਾਲ ਕਲਾਈਮੇਟ 'ਤੇ ਇਫੈਕਟ ਹੋਇਆ। ਔਰ ਕਲਾਈਮੇਟ ਜਿਹੜੀਆਂ ਚੇਂਜਸ ਨੇ ਇਹ ਹੁੰਦੀਆਂ ਰਹਿਣਗੀਆਂ, ਪਹਿਲਾਂ ਤੋਂ ਹੁੰਦੀਆਂ ਆ ਰਹੀਆਂ ਨੇ, ਅੱਗੇ ਵੀ ਹੁੰਦੀਆਂ ਰਹਿਣਗੀਆਂ, ਜ਼ਰੂਰੀ ਨੇ, ਇਰੀਵਰਸੀਬਲ ਵੀ ਨੇ। ਔਰ ਇਰੀਵਰਸੀਬਲ ਅਸੀਂ ਤਾਂ ਕਹਿੰਦੇ ਹਾਂ ਕਿਉਂਕਿ ਇਹਨਾਂ ਨੂੰ ਅਸੀਂ ਵਾਪਸ ਦੁਬਾਰਾ ਠੀਕ ਨਹੀਂ ਕਰ ਸਕਦੇ। ਅਗਰ ਕੁਝ ਖਰਾਬ ਹੋ ਗਿਆ, ਉਹਨੂੰ ਇਹ ਇਰੇਜ਼ਰ ਨਹੀਂ ਹੈ ਸਾਡੇ ਕੋਲ, ਰੱਬ ਦੇ ਕੋਲ ਹੋ ਸਕਦਾ ਹੈ ਉਹ ਇਰੇਜ਼ਰ ਹੋਵੇ। ਲੋਕਡਾਊਨ ਹੋਇਆ ਸੀ, ਇਰੇਜ਼ਰ ਉਹਨੇ ਲਾਈ ਹੈ, ਯੂਜ਼ ਕੀਤੀ ਹੈ ਕਿ ਤੁਸੀਂ ਹੁਣ ਆਪਣੇ ਘਰਾਂ 'ਚ ਬੈਠੋ, ਮੈਂ ਨੇਚਰ ਨੂੰ ਠੀਕ ਕਰ ਲਵਾਂ। ਇਹ ਇਰੇਜ਼ਰ ਹੈ ਜਿਹੜੀ ਇਨਸਾਨ ਨਹੀਂ ਚਲਾਉਂਦਾ, ਰੱਬ ਨੇ ਚਲਾਈ ਹੈ। ਪਰ ਕਹਿੰਦਾ ਕਲਾਈਮੇਟ ਚੇਂਜਸ ਨੇ ਸਾਡੇ ਹੋਇਆ ਕਿ ਅਸੀਂ ਉਹਨੂੰ ਠੀਕ ਨਹੀਂ ਕੀਤਾ, ਨਾਲ ਉਹਨੂੰ ਅਸੀਂ ਜ਼ਿਆਦਾ ਹੋਰ ਖਰਾਬ, ਉਸ ਤੋਂ ਵੀ ਜ਼ਿਆਦਾ ਖਰਾਬ ਕਰਦੇ ਇਸ ਹਾਲਾਤ ਵਿੱਚ ਪਹੁੰਚ ਗਏ ਕਿ ਅੱਜ ਅਸੀਂ ਅਸੈਸ ਵੀ ਨਹੀਂ ਕਰ ਸਕਦੇ ਕਿ ਅਸੀਂ ਆਪਣਾ
ਜਿਹੜੀਆਂ ਮੈਨ ਮੇਡ ਚੇਂਜਸ ਨੇ ਉਹਨਾਂ ਕਰਕੇ ਕਲਾਈਮੇਟ ਦਾ ਕਿੰਨਾ ਨੁਕਸਾਨ ਕੀਤਾ ਹੈ। ਕਲਾਈਮੇਟ ਚੇਂਜ ਦਾ ਅਸਰ ਹਰ ਚੀਜ਼ 'ਤੇ ਪਿਆ, ਚਾਹੇ ਉਹ ਮੌਸਮ ਹੋਵੇ, ਚਾਹੇ ਸਾਡੀ ਜ਼ਿੰਦਗੀ ਹੋਵੇ, ਚਾਹੇ ਜਾਨਵਰਾਂ ਦੀ ਜ਼ਿੰਦਗੀ ਹੋਵੇ, ਚਾਹੇ ਇਕਨੋਮਿਕ ਡਿਵੈਲਪਮੈਂਟ ਹੋਵੇ, ਸਭ ਚੀਜ਼ਾਂ 'ਤੇ ਅਸਰ ਪਿਆ। ਹੁਣ ਸਾਨੂੰ ਇਹ ਐਸਟੀਮੇਟ ਲਾਉਣੇ ਪੈਣਗੇ ਕਿ ਅਸੀਂ ਕੀ ਕੀਤਾ ਹੈ, ਅਸੀਂ ਕਿੰਨਾ ਕੁ ਨੁਕਸਾਨ ਕਰ ਚੁੱਕੇ ਹਾਂ। ਹੁਣ ਪਹਿਲੀ ਚੀਜ਼ ਹੈ, ਸਾਨੂੰ ਪ੍ਰਾਇਰਟੀ ਰੱਖਣੀ ਪਏਗੀ ਕਿ ਹਾਂ ਬਈ ਅਸੀਂ ਇਹਨੂੰ ਠੀਕ ਕਰਨਾ ਚਾਹੁੰਦੇ ਹਾਂ। ਦੂਜੀ ਚੀਜ਼ ਹੈ, ਉਹਨੂੰ ਅਸੈਸ ਕਰੀਏ, ਉਹਨੂੰ ਅਸੈਸ ਕਰਕੇ ਕਲਾਈਮੇਟ ਚੇਂਜ ਨੂੰ ਦੇਖੀਏ ਕਿ ਕੀ ਕੀਤਾ ਹੈ, ਅਸੀਂ ਕਿੰਨਾ ਕੁ ਖਰਾਬ ਕਰ ਚੁੱਕੇ ਹਾਂ, ਕੀ ਅਸੀਂ ਵਾਪਸ ਇਹਨੂੰ ਕਰ ਸਕਦੇ ਹਾਂ ਠੀਕ ਜਾਂ ਨਹੀਂ ਕਰ ਸਕਦੇ। ਹੁਣ ਤੀਸਰੀ ਗੱਲ ਇਹਦੇ ਵਿੱਚ ਆਉਂਦੀ ਹੈ, ਰਿਕਮੈਂਡੇਸ਼ਨ ਦਿਓ, ਸਾਨੂੰ ਦੱਸੋ ਜੋ ਅਸੀਂ ਕਰਤਾ ਹੈ ਖਰਾਬ ਉਹਨੂੰ ਅਸੀਂ ਠੀਕ ਕਿਵੇਂ ਕਰੀਏ, ਕਾਰਬਨ ਡਾਈਆਕਸਾਈਡ ਨੂੰ ਕਿਵੇਂ ਰਿਡਿਊਸ ਕਰੀਏ, ਹੀਟ ਬੈਲੈਂਸ ਨੂੰ ਕਿਵੇਂ ਠੀਕ ਕਰੀਏ। ਇਹਨੂੰ ਅਗਲੇ 50 ਸਾਲਾਂ ਦਾ ਪ੍ਰੋਗਰਾਮ ਬਣਾਇਆ ਜਾਵੇ, 100 ਸਾਲਾਂ ਦਾ, ਕਿ ਇਸ ਨੂੰ ਅਸੀਂ ਕਿਸ ਤਰ੍ਹਾਂ ਠੀਕ ਕਰਾਂਗੇ। ਇੰਟਰਨੈਸ਼ਨਲ ਕਮਿਊਨਿਟੀ ਜਿਹੜੀ ਹੈ ਉਹ ਇਹਨਾਂ ਚੇਂਜਸ ਨੂੰ ਰਿਵਰਸ ਕਰਨਾ ਚਾਹੁੰਦੀ ਹੈ, ਔਰ ਉਹਨਾਂ ਨੇ ਵਰਲਡ ਵੈਦਰ ਵਾਚ ਇੱਕ ਚੀਜ਼ ਸ਼ੁਰੂ ਕੀਤੀ ਹੈ ਤਾਂ ਕਿ ਅਸੀਂ ਕੋਆਪਰੇਟ ਕਰੀਏ, ਸਾਰੇ ਜਣੇ ਡਿਸਆਰਮਾਮੈਂਟ ਕਰੀਏ। ਹਥਿਆਰ ਨੇ ਜਿਹੜੇ, ਵਾਰਸ ਨੇ ਜਿਹੜੇ, ਇਹ ਨੁਕਸਾਨ ਬਹੁਤ ਪਹੁੰਚਾਉਂਦੇ ਨੇ। ਪੀਸ, ਸ਼ਾਂਤੀ ਹੋਣੀ ਚਾਹੀਦੀ ਹੈ, ਇੰਟਰਨੈਸ਼ਨਲ ਕੋਆਪਰੇਸ਼ਨ ਹੋਣੀ ਚਾਹੀਦੀ ਹੈ। ਬਾਰਡਰ ਦਾ ਮਤਲਬ ਇਹ ਨਹੀਂ ਕਿ ਧਰਤੀ ਦੇ ਉੱਪਰ ਹਵਾ ਮੇਰੇ ਦੇਸ਼ ਦੇ ਉੱਪਰ ਵੱਖਰੀ ਹੈ, ਕਿਸੇ ਹੋਰ ਦੇਸ਼ ਉੱਪਰ ਵੱਖਰੀ ਹੈ। ਨੋ, ਬਾਰਡਰ ਹਵਾ ਦੇ ਲਈ ਕੋਈ ਨਹੀਂ ਹੈ, ਐਟਮੋਸਫੀਅਰ ਦੇ ਲਈ ਕੋਈ ਨਹੀਂ ਹੈ, ਇਹ ਤਾਂ ਅਸੀਂ ਬਣਾਇਆ ਹੈ। ਬਾਰਡਰ ਅਸੀਂ ਬਣਾਏ ਨੇ। ਆ ਪਾਕਿਸਤਾਨ ਹੈ, ਆ ਚੀਨ ਹੈ, ਆ ਅਫਗਾਨਿਸਤਾਨ ਹੈ, ਆ ਇਰਾਕ ਹੈ, ਆ ਇੰਡੀਆ ਹੈ, ਇਹ ਅਸੀਂ ਬਣਾਏ ਨੇ, ਇਹ ਮੈਨ ਮੇਡ ਨੇ। ਇਹ ਸਾਡੀਆਂ ਕੀ ਕਹੀਏ, ਸਾਡੀਆਂ ਆਪਣੀਆਂ ਲੋੜਾਂ ਦੇ ਲਈ ਬਣੇ ਹੋਏ ਬਾਰਡਰ ਨੇ, ਜਦੋਂ ਕਿ ਨੇਚਰ ਦੇ ਲਈ ਕੋਈ ਬਾਰਡਰ ਨਹੀਂ ਹੁੰਦਾ। ਅਤੇ ਸਾਨੂੰ ਇਸ ਦੇ ਲਈ ਇੱਕ ਫਾਊਂਡੇਸ਼ਨ ਜਾਂ ਇੱਕ ਸਟ੍ਰੈਟਜੀ ਬਣਾਉਣੀ ਪਏਗੀ ਜਿਸ ਕਰਕੇ ਅਸੀਂ ਇਹਨੂੰ ਠੀਕ ਕਰ ਪਾਵਾਂਗੇ। ਅੱਜ ਦੇ ਲਈ ਬੇਟਾ ਇੰਨਾ ਹੀ, ਆਪਾਂ ਨੈਕਸਟ ਦੇ ਲਈ ਅਗਲੇ ਵਾਰ ਮਿਲਾਂਗੇ। ਓਕੇ ਬੇਟਾ, ਥੈਂਕ ਯੂ।